श्री वाहिगुरु साहिब जी। दंडौत बंदन अनक बार, सर्व कला समरथ। डोलन ते राखो प्रभु, नानक दे कर हाथ। तू मेरो मेर पर्वत स्वामी, ओट गही मैं तेरी। ना तुम डोलो हो ना हम गिरते, रख लीनी हर मेरी। अब तब जब कब तू ही, हम तो प्रसाद सुखी सदही। बाणी गुरु गुरु है बाणी, बिच बाणी अमृत सारे। गुर बाणी कहै सेवक जन मानै, परतख गुरु निस्तारे। सो कहो टल गुर सेवियै, अहनिस सहज सुभाए। दर्शन परसै गुरु कै, जन्म मरण दुख जाए। होवै सिफत खसामदी, नूर अरसो कुरसो झटिया। तुध डिठे सच्चे पातशाह, मल जन्म जन्म दी कटिया। सज्जन सच्चा पातशाह, सिर साहांदै साहो। जिस पास बैठिया सोहिया, सबना दा बेसाहो। सतनाम श्री वाहिगुरु साहिब जी। हर का सेवक सो हर जेहा, भेद न जानहो मानस देहा। हर का सेवक सो हर जेहा, भेद न जानहो मानस देहा। ज्यों जल तरंग उठै बोह भांति, फिर सललै सलल समाएंदा। इक जाचक मंगै दान दुआरै, जा प्रभ भावै तां किरपा धारै। देहो दर्श जित मन तृपतासै, हर कीरतन मन ठहराएंदा। रूड़ो ठाकुर कितै वस न आवै, हर सो किश करे जे हर किया संतां भावै। कीता लोड़न सोई करायन,
ਦਰ ਫੇਰ ਨ ਕੋਈ ਪਾਏਂਦਾ। ਜਿਥੈ ਔਕਟ ਆਏ ਬਨਤ ਹੈ ਪ੍ਰਾਣੀ। ਤਿਥੈ ਹਰ ਧਿਆਈਐ ਸਾਰੰਗ ਪਾਣੀ। ਜਿਥੈ ਪੁੱਤਰ ਕਲਤਰ ਨ ਬੇਲੀ ਕੋਈ। ਤਿਥੈ ਹਰ ਆਪ ਛਡਾਏਂਦਾ। ਜਿਥੈ ਔਕਟ ਆਏ ਬਨਤ ਹੈ ਪ੍ਰਾਣੀ। ਤਿਥੈ ਹਰ ਧਿਆਈਐ ਸਾਰੰਗ ਪਾਣੀ। ਜਿਥੈ ਪੁੱਤਰ ਕਲਤਰ ਨ ਬੇਲੀ ਕੋਈ। ਤਿਥੈ ਹਰ ਆਪ ਛਡਾਏਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਜੁਗੋ ਜੁਗ ਅਟਲ, ਚਵਰ ਛਤਰ ਤਖ਼ਤ ਦੇ ਮਾਲਕ, ਬਾਣੀ ਕੇ ਬੋਹਿਥ, ਜਾਹਰਾ ਜਹੂਰ ਹਾਜ਼ਰਾ ਹਜੂਰ, ਸਰਬ ਕਲਾ ਸਮਰੱਥ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵਡਭਾਗੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ, ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ, ਸਾਹਿਬੇ ਕਮਾਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਹਿਬਾਂ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸਵਾਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਥ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ। ਮਾਰੂ ਰਾਗ ਦੇ ਵਿੱਚ 1076 ਅੰਕ 'ਤੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਪਾਵਨ ਸ਼ਬਦ ਦੀ ਜੋ ਵਿਚਾਰ ਆਪ ਜੀ ਨੇ ਕੱਲ੍ਹ ਵਾਲੇ ਦੀਵਾਨਾਂ ਵਿੱਚ ਪਹਿਲੇ 7 ਬੰਦਾਂ ਦੀ ਵਿਚਾਰ ਸ਼ਰਵਣ ਕੀਤੀ ਸੀ, ਹੁਣ ਸਤਿਗੁਰੂ ਮਹਾਰਾਜ 8ਵੇਂ ਬੰਦ ਦੁਆਰਾ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਅਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ ਅਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਰ ਕਾ ਸੇਵਕ ਸੋ ਹਰ ਜੇਹਾ,
ਭੇਦ ਨ ਜਾਣਹੁ ਮਾਨਸ ਦੇਹਾ। ਕੱਲ ਵਾਲੀ ਵਿਚਾਰ ਵਿੱਚ ਆਪ ਜੀ ਨੇ ਸ਼ਰਵਣ ਕੀਤਾ ਸੀ, ਸਤਿਗੁਰੂ ਮਹਾਰਾਜ ਨੇ ਇਹ ਉਪਦੇਸ਼ ਬਖਸ਼ਿਸ਼ ਕੀਤਾ ਕਿ ਚਾਹੇ ਕੋਈ ਖੰਡਾਂ ਵਿੱਚ ਰਹਿਣ ਵਾਲਾ, ਪਤਾਲਾਂ ਵਿੱਚ ਰਹਿਣ ਵਾਲਾ, ਦੀਪਾਂ ਵਿੱਚ ਰਹਿਣ ਵਾਲਾ, ਜਿੱਥੇ ਵੀ ਕੋਈ ਰਹਿਣ ਵਾਲਾ, ਜੋ ਕੁਝ ਦੇਖਦੇ ਆ ਇਹ ਸਾਰੇ ਕਾਲ ਦੇ ਵਸ ਹੈ, ਕਾਲ ਦੇ ਵਸੀਕਾਰ ਹਨ ਅਤੇ ਪ੍ਰਭੂ ਪਰਮਾਤਮਾ ਨੇ ਆਪ ਵਸੀਕਾਰ ਕੀਤਾ ਹੋਇਆ ਹੈ। ਅਤੇ ਸਤਿਗੁਰੂ ਕਹਿੰਦੇ ਫਿਰ ਸਦੀਵੀ ਕੌਣ ਰਹਿਣ ਵਾਲਾ ਹੈ? ਕਹਿੰਦੇ ਨਿਹਚਲ ਏਕ ਆਪ ਅਬਨਾਸੀ। ਕਹਿੰਦੇ ਉਹ ਜਿਹੜਾ ਇੱਕ ਅਬਨਾਸੀ ਪਰਮੇਸ਼ਰ ਹੈ, ਵਾਹਿਗੁਰੂ ਹੈ, ਉਹ ਨਾਸ਼ ਤੋਂ ਰਹਿਤ ਜਿਹੜਾ ਮਾਲਕ ਹੈ, ਉਹ ਸਦੀਵੀ ਰਹਿਣ ਵਾਲਾ ਹੈ। ਕਹਿੰਦੇ ਸੋ ਨਿਹਚਲ ਜੋ ਤਿਸੈ ਧਿਆਏਂਦਾ। ਅਤੇ ਨਾਲ ਹੀ ਪਾਤਸ਼ਾਹ ਨੇ ਕਹਿੰਦੇ ਇੱਕ ਤਾਂ ਪਰਮੇਸ਼ਰ ਕਹਿੰਦੇ ਸਦੀਵੀ ਰਹਿਣ ਵਾਲਾ, ਦੂਜਾ ਕਹਿੰਦੇ ਉਹ ਜੀਵ ਜਿਹੜਾ ਉਸ ਪਰਮਾਤਮਾ ਨੂੰ ਧਿਆਉਂਦਾ ਹੈ, ਪਰਮਾਤਮਾ ਦਾ ਸਿਮਰਨ ਕਰਦਾ, ਵਾਹਿਗੁਰੂ ਦੇ ਗੁਣ ਗਾਇਨ ਕਰਕੇ ਵਾਹਿਗੁਰੂ ਵਿੱਚ ਅਭੇਦ ਹੋ ਜਾਂਦਾ ਹੈ, ਉਹ ਪਰਮੇਸ਼ਰ ਵਾਹਿਗੁਰੂ ਦੇ ਸੇਵਕ, ਜਿਹਨੂੰ ਦੁਨੀਆ ਦੇ ਲੋਕਾਂ ਨੇ, ਕਿਸੇ ਨੇ ਭਗਤ ਆਖਣਾ ਕੀਤਾ, ਕਿਸੇ ਨੇ ਸੰਤ ਆਖਿਆ, ਕਿਸੇ ਨੇ ਗੁਰਮੁਖ ਆਖਿਆ, ਕੋਈ ਉਹਨੂੰ ਸੇਵਕ ਆਖਦਾ, ਕੋਈ ਦਾਸ ਆਖਦਾ ਹੈ। ਇਹ ਸਾਰੇ ਰੱਬ ਦੇ ਪਿਆਰੇ ਭਗਤ ਸਹਿਬਾਨਾਂ ਦੇ ਨਾਮ ਹਨ, ਜੋ ਪ੍ਰੇਮ ਦੇ ਵਿੱਚ ਦੁਨੀਆ ਦੇ ਲੋਕਾਂ ਨੇ ਦੇਣਾ ਕੀਤੇ ਹਨ। ਕਹਿੰਦੇ ਇੱਕ ਤਾਂ ਪਰਮੇਸ਼ਰ ਸਦੀਵੀ ਰਹਿਣ ਵਾਲਾ, ਦੂਜਾ ਪਰਮੇਸ਼ਰ ਦੇ ਪਿਆਰੇ ਜਿਹੜੇ ਨੇ ਉਸ ਮਾਲਕ ਨੂੰ ਧਿਆਉਂਦੇ ਹਨ, ਉਹ ਵੀ ਕਹਿੰਦੇ ਸਦੀਵੀ ਸੰਸਾਰ 'ਚ ਰਹਿੰਦੇ ਹਨ। ਸਰੀਰਾਂ ਦਾ ਓਹਲਾ ਹੋ ਜਾਂਦਾ ਹੈ, ਪਰ ਉਹਨਾਂ ਦੀ ਜਿਹੜੀ ਵਿਚਾਰ ਹੈ ਉਹ ਸਦੀਵੀ ਕਾਲੀ ਸੰਸਾਰ ਵਿੱਚ ਪ੍ਰਗਟ ਰਹਿੰਦੇ ਨੇ। ਦੁਨੀਆ ਦੇ ਲੋਕ ਉਹਨਾਂ ਦੀ ਵਿਚਾਰਧਾਰਾ ਨੂੰ ਅਪਣਾ ਕੇ ਫਿਰ ਆਪਣੇ ਜੀਵਨ ਨੂੰ ਸਫਲਾ ਕਰਦੇ ਹਨ। ਫਿਰ ਉਹ ਜਿਹੜਾ ਫਿਰ ਪ੍ਰਭੂ ਦਾ ਸੇਵਕ ਬਣ ਜਾਂਦਾ ਹੈ। ਸੇਵਕ ਕਿਹੋ ਜਿਹਾ ਹੋਣਾ ਚਾਹੀਦਾ? ਅਤੇ ਸਤਿਗੁਰੂ ਕਹਿੰਦੇ ਨੇ ਹਰਿ ਕਾ ਸੇਵਕ ਸੋ ਹਰਿ ਜਿਹਾ। ਹਰੀ ਦਾ ਸੇਵਕ ਜਿਹੜਾ ਨਾ, ਉਹ ਹਰੀ ਜੈਸਾ ਹੀ ਹੈ। ਹਰ ਹਰ ਜਨ ਦੁਇ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਹੇ। ਜਿਵੇਂ ਸਮੁੰਦਰ ਵਿੱਚੋਂ ਪਾਣੀ ਵਿੱਚੋਂ ਲਹਿਰਾਂ ਪੈਦਾ ਹੁੰਦੀਆਂ ਨੇ, ਉਹ ਲਹਿਰਾਂ, ਉਹ ਤਰੰਗਾਂ ਜਦੋਂ ਹਵਾ ਸ਼ਾਂਤ ਹੁੰਦੀ ਹੈ, ਉਸੇ ਹੀ ਪਾਣੀ ਦਾ ਰੂਪ ਬਣ ਜਾਂਦੀਆਂ ਹਨ। ਇਸੇ ਤਰ੍ਹਾਂ ਹਰੀ ਅਤੇ ਹਰੀ ਦੇ ਪਿਆਰੇ ਵੀ ਆਪਸ ਵਿੱਚ ਭੇਦ ਹੋ ਜਾਂਦੇ, ਲੀਨ ਹੋ ਜਾਂਦੇ ਨੇ। ਭਗਤ ਕਬੀਰ ਸਾਹਿਬਾਨ ਜੀ ਦੇ ਆਪਾਂ ਸ਼ਲੋਕ, 4 ਸ਼ਲੋਕ ਨੇ, ਜਿਹਦੇ 'ਚ ਭਗਤ ਕਬੀਰ ਸਾਹਿਬਾਨ ਜੀ ਨਾਲ ਕੋਈ ਜਗਿਆਸੂ ਜਨ ਸਵਾਲ ਕਰਦਾ, ਜਿਹਦੇ ਮਨ 'ਚ ਇਹ ਇੱਛਾ ਪੈਦਾ ਹੋਈ ਕਿ ਮੈਂ ਭਗਤ ਜੀ ਨੂੰ ਸਵਾਲ ਕਰਕੇ ਇਹ ਪੁੱਛਣਾ ਕਰਾਂ ਕਿ ਹਰੀ ਦਾ ਦਾਸ, ਹਰੀ ਦਾ ਸੇਵਕ ਕਿਹੋ ਜਿਹਾ ਹੋਣਾ ਚਾਹੀਦਾ। ਅਤੇ ਅੱਗੋਂ ਭਗਤ ਕਬੀਰ ਸਾਹਿਬਾਨ ਜੀ ਇਹਨਾਂ ਨੂੰ ਉੱਤਰ ਦੇਣ ਵਾਸਤੇ 4 ਸ਼ਲੋਕ ਜਿਹੜੇ ਉਚਾਰਨ ਕੀਤੇ, ਇਕੱਲੇ ਇਕੱਲੇ ਸ਼ਲੋਕ 'ਚ ਵੱਖਰਾ ਵੱਖਰਾ ਉਪਦੇਸ਼ ਦੇਣਾ ਕੀਤਾ। ਜਦੋਂ ਪੁੱਛਿਆ ਕਿਸੇ ਜਗਿਆਸੂ ਨੇ ਕਿ ਭਗਤ ਜੀ ਹਰੀ ਦਾ ਦਾਸ ਕਿਹੋ ਜਿਹਾ ਹੋਣਾ ਚਾਹੀਦਾ, ਅਤੇ ਭਗਤ ਜੀ ਕਹਿਣ ਲੱਗੇ, ਕਹਿੰਦੇ ਕਬੀਰ ਰੋੜਾ ਹੋਏ ਰਹੋ ਬਾਟਕਾ, ਤਜ ਮਨ ਕਾ ਅਭਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੈ ਭਗਵਾਨ। ਕਹਿਣ ਲੱਗੇ ਭਗਤ ਕਬੀਰ ਸਾਹਿਬਾਨ ਜੀ, ਕਹਿੰਦੇ ਹਰੀ ਦੇ ਦਾਸ, ਹਰੀ ਦੇ ਸੇਵਕ ਦਾ ਜਿਹੜਾ ਜੀਵਨ ਹੈ ਨਾ, ਇਸ ਤਰ੍ਹਾਂ ਆਪਣੇ ਜੀਵਨ ਨੂੰ ਬਤੀਤ ਕਰਨਾ ਜਿਵੇਂ ਰਸਤੇ 'ਚ ਰੋੜਾ ਪਿਆ ਹੋਵੇ, ਅਤੇ ਆਪਣਾ ਹੰਕਾਰ ਛੱਡਣਾ ਚਾਹੀਦਾ ਹੈ। ਫਿਰ ਗੁਰੂ ਸਵਾਰੇ ਮਨ 'ਚ ਵਿਚਾਰ ਆਈ ਕਿ ਨਹੀਂ, ਰੋੜੇ ਜੈਸਾ ਜੀਵਨ ਸਹੀ ਨਹੀਂ। ਰੋੜੇ ਵਿੱਚ ਔਗਣ ਹੈ। ਰੋੜਾ ਜਦੋਂ ਕੋਈ ਆਉਂਦਾ ਜਾਂਦਾ ਰਾਹੀ
उस रोड़े नाल ठेडा ਵੱਜ के डिग सकता है, ठोकर ਵੱਜ सकती है, सੱਟ लग सकती है, ये किसी ਨੂੰ नुकसान पहुँचा सकता है। इस तरह ही ਜਿਹੜਾ ਦੂਜੇ ਭਗਤੀ ਮਾਰਗ 'ਤੇ ਚੱਲਣ ਵਾਲੇ ਰਸਤੇ 'ਤੇ ਹਨ ਉਹਨਾਂ ਲਈ ਰੋੜਾ ਬਣ ਜਾਣਾ ਤੇ ਇਹ ਗੱਲ ਸਹੀ ਨਹੀਂ ਹੈ। ਫਿਰ ਕਹਿਣ ਲੱਗੇ ਨਹੀਂ, ਕਬੀਰ ਰੋੜਾ ਹੁਆ ਤਾਂ ਕਿਆ ਭਇਆ, ਪੰਥੀ ਕੋ ਦੁਖ ਦੇ, ਐਸਾ ਤੇਰਾ ਦਾਸ ਹੋਏ, ਜਿਉ ਧਰਣੀ ਮਹਿ ਖੇਹ। ਕਹਿੰਦੇ ਹਰੀ ਦਾ ਦਾਸ ਸੇਵਕ ਤਾਂ ਮਿੱਟੀ ਜੈਸਾ ਹੋਣਾ ਚਾਹੀਦਾ, ਜਿਵੇਂ ਧਰਣੀ ਮੈਂ ਖੇ, ਧਰਤੀ ਉੱਤੇ ਮਿੱਟੀ ਹੈ, ਇਹੋ ਜਿਹਾ ਜੀਵਨ ਹਰੀ ਦੇ ਦਾਸ ਦਾ ਹੋਣਾ ਚਾਹੀਦਾ। ਫਿਰ ਵਿਚਾਰ ਹੋਰ ਅੱਗੇ ਵਿਚਾਰ ਗਈ ਅਤੇ ਮਨ 'ਚ ਵਿਚਾਰ ਕੀਤੀ ਕਿ ਮਨਾ ਨਹੀਂ, ਮਿੱਟੀ ਵਿੱਚ ਵੀ ਔਗਣ ਹੈ। ਮਿੱਟੀ ਜਦੋਂ ਹਵਾ ਚੱਲਦੀ ਹੈ ਉੱਡ ਕੇ ਨੇਤਰਾਂ ਵਿੱਚ ਪੈ ਜਾਂਦੀ ਹੈ, ਵਸਤਰ ਖੁਆਰ ਹੋ ਜਾਂਦੇ ਨੇ, ਮਿੱਟੀ ਘਟੇ ਨਾਲ ਜੀਵ ਸਾਰਾ ਭਰ ਜਾਂਦਾ। ਇਸ ਕਰਕੇ ਇਹੋ ਜਿਹਾ ਗੁਣ ਤਾਂ ਹਰੀ ਦੇ ਜਨਾਂ ਵਿੱਚ ਨਹੀਂ ਹੋਣਾ ਚਾਹੀਦਾ। ਅਤੇ ਕਹਿਣ ਲੱਗੇ ਕਬੀਰ ਖੇ ਹੋਈ ਤੋ ਕਿਆ ਭਇਆ, ਜੋ ਉੱਡ ਲਾਗੈ ਅੰਗ, ਹਰ ਜਨ ਐਸਾ ਚਾਹੀਐ, ਜਿਉ ਪਾਣੀ ਸਰਬੰਗ। ਕਹਿੰਦੇ ਕੀ ਹੋ ਗਿਆ ਜੇ ਮਿੱਟੀ ਜੇ ਨਹੀਂ, ਮਿੱਟੀ ਨਹੀਂ ਠੀਕ। ਕਹਿੰਦੇ ਪਾਣੀ ਜੈਸਾ ਜੀਵਨ ਹੋਣਾ ਚਾਹੀਦਾ। ਪਾਣੀ ਸਾਡੀਆਂ ਲੋੜਾਂ ਪੂਰੀਆਂ ਕਰਦਾ ਹੈ। ਗੁਰਬਾਣੀ ਦੇ ਵਿੱਚ ਪਾਣੀ ਦੇ ਬਾਬਤ ਪਾਤਸ਼ਾਹ ਨੇ ਬਚਨ ਵਰਤੇ ਨੇ ਕਿ ਪਹਿਲਾ ਪਾਣੀ ਜੀਉ ਹੈ, ਜਿਤ ਹਰਿਆ ਸਭ ਕੋਇ। ਕਿ ਇਹ ਪਾਣੀ ਦੇ ਨਾਲ ਸਾਡਾ ਜੀਵਨ, ਰੋਟੀ ਤੋਂ ਬਿਨਾਂ ਜੀਵ ਜਿਹੜਾ ਇੱਕ ਦਿਨ ਕੱਢ ਸਕਦਾ, 2 ਦਿਨ ਕੱਢ ਸਕਦਾ, ਪਰ ਪਾਣੀ ਤੋਂ ਬਿਨਾਂ ਗੁਰੂ ਸਵਰ ਰਿਹਾ ਨਹੀਂ ਜਾ ਸਕਦਾ ਹੈ। ਅਤੇ ਭਗਤ ਜੀ ਕਹਿੰਦੇ ਪਾਣੀ ਜੈਸਾ ਜੀਵਨ ਹੋਣਾ ਚਾਹੀਦਾ। ਪਾਣੀ ਲੋੜਾਂ ਪੂਰੀਆਂ ਕਰਦਾ, ਪਾਣੀ ਸਾਡੀ ਪਿਆਸ ਬੁਝਾਉਂਦਾ, ਪਾਣੀ ਨਾਲ ਸਾਡੀ ਫਸਲ ਹੁੰਦੀ ਹੈ, ਘਰੇਲੂ ਸਾਰੇ ਘਰ ਦੇ ਕੰਮ ਹੁੰਦੇ ਨੇ। ਜੇ ਪਾਣੀ ਨਾ ਹੋਵੇ, ਪਾਣੀ ਦਾ ਕੁਝ ਵੀ ਨਹੀਂ ਹੈ। ਫਿਰ ਵਿਚਾਰ ਆਈ ਕਿ ਨਹੀਂ, ਪਾਣੀ ਵਿੱਚ ਵੀ ਔਗਣ ਹੈ। ਪਾਣੀ ਨੂੰ ਧੁੱਪੇ ਰੱਖ ਦਈਏ ਗਰਮ ਹੋ ਜਾਂਦਾ, ਠੰਡੀ ਥਾਂ 'ਤੇ ਰੱਖੀਏ ਪਾਣੀ ਠੰਡਾ ਹੋ ਜਾਂਦਾ ਏ। ਹਰੀ ਦੇ ਜਨ ਸੇਵਕਾਂ ਵਿੱਚ ਇਹ ਔਗਣ ਨਹੀਂ ਹੋਣਾ ਚਾਹੀਦਾ, ਇੱਕ ਸਾਂ ਬਿਰਤੀ ਵਾਲੇ ਹੋਣੇ ਚਾਹੀਦੇ ਹਨ। ਕਹਿਣ ਲੱਗੇ ਕਬੀਰ ਪਾਣੀ ਹੁਆ ਤਾਂ ਕਿਆ ਭਇਆ, ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਐ, ਜੈਸਾ ਹਰ ਹੀ ਹੋਏ। ਕਹਿੰਦੇ ਹਰੀ ਦਾ ਜਨ ਤਾਂ ਇਹੋ ਜਿਹਾ ਹੋਣਾ ਚਾਹੀਦਾ ਜਿਸ ਤਰ੍ਹਾਂ ਹਰੀ ਦਾ ਸੁਭਾਅ ਹੈ। ਜੇ ਬਾਬਾ ਫਰੀਦ ਜੀ ਕਹਿੰਦੇ ਨੇ, ਕਿਉਂਕਿ ਜਦੋਂ ਕੋਈ ਕੌੜੇ ਖੜਮੇ ਬੋਲ ਆ ਕੇ ਬੋਲੇ ਅਤੇ ਜੀਵ ਨੂੰ ਗੁੱਸਾ ਆ ਜਾਂਦਾ ਕਿ ਮੈਨੂੰ ਤੂੰ ਮੇਰੇ ਖਿਲਾਫ ਇਸ ਤਰ੍ਹਾਂ ਕਿਉਂ ਬੋਲਣਾ ਕੀਤਾ, ਤੂੰ ਕੌਣ ਆਉਂਦਾ ਬੋਲਣ ਵਾਲਾ। ਪਰ ਹਰੀ ਦੇ ਜਨ ਜਿਹੜੇ ਪਿਆਰੇ ਨੇ ਨਾ, ਹਰੀ ਦੇ ਜਨ ਪਿਆਰੇ, ਉਹਨਾਂ ਦੀ ਅਵਸਥਾ ਇੱਕ ਸਮ ਰਹਿੰਦੀ, ਚਾਹੇ ਉਹਨਾਂ ਦੀ ਕੋਈ ਨਿੰਦਿਆ ਕਰੇ ਤਾਂ ਵੀ ਉਹ ਦੁਖੀ ਨਹੀਂ ਹੁੰਦੇ, ਚਾਹੇ ਉਹਨਾਂ ਦੀ ਕੋਈ ਉਸਤਤ ਕਰਨ ਲੱਗ ਪਵੇ ਫਿਰ ਗੁਰੂ ਸਰੇ ਉਹ ਹੰਕਾਰ ਵਿੱਚ ਨਹੀਂ ਆਉਂਦੇ। ਹਰ ਸਮੇਂ ਉਹ ਇੱਕ ਸਾਂ ਬਿਰਤੀ ਰੱਖਦੇ ਹਨ ਅਤੇ ਉਸ ਪਰਮਾਤਮਾ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰਦੇ ਹਨ। ਭਗਤ ਕਬੀਰ ਸਾਹਿਬਾਨ ਜੀ ਉਹ ਆਖਦੇ ਨੇ, ਕਹਿੰਦੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਕਿ ਨਿੰਦਿਆ ਜਿਹੜੀ ਹੈ ਜੀ ਜਨ ਦੇ ਲਈ ਚੰਗੀ ਹੈ, ਕਿਉਂਕਿ ਜਿੰਨੀ ਆਪਾਂ ਕਿਸੇ ਦੀ ਨਿੰਦਿਆ ਕਰਾਂਗੇ ਨਾ, ਉਨੇ ਹੀ ਫਿਰ ਸਾਡੇ ਜਿਹੜੇ ਪਾਪ ਨੇ, ਜੀਵ ਦੇ ਜਿਹੜੇ ਕੀਤੇ ਹੋਏ ਪਾਪ ਨੇ, ਉਹ ਨਿੰਦਿਆ ਕਰਨ ਵਾਲੇ ਲੱਗ ਜਾਂਦੇ ਨੇ। ਮੈਲ ਜਿਹੜੀ ਹੈ ਨਿੰਦਿਆ ਕਰਨ ਵਾਲੀ ਲੱਗਦੀ ਹੈ, ਅਤੇ ਉਹ ਨਿੰਦਿਆ ਜਿਹਦੀ ਨਿੰਦਿਆ ਹੁੰਦੀ ਆ ਉਹਦੇ ਪਾਪ ਜਿਹੜੇ ਧੋਤੇ ਜਾਂਦੇ, ਮੈਲ ਧੋਤੀ ਜਾਂਦੀ ਹੈ। ਇਸ ਕਰਕੇ ਗੁਰਦੇਵ ਜੀ ਇੱਥੇ ਬਚਨ ਕਰਦੇ ਨੇ, ਕਹਿੰਦੇ ਹਰੀ ਦਾ ਜਨ ਤਾਂ ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਹਰੀ ਦਾ ਸੇਵਕ, ਕਹਿੰਦੇ ਜੈਸਾ ਹਰ ਹੀ ਹੋਏ, ਹਰ ਕਾ ਸੇਵਕ ਸੋ ਹਰ ਜਿਹਾ, ਹਰੀ ਜੈਸਾ ਹੀ। ਕਿਉਂਕਿ ਸੁਭਾਅ ਹੁੰਦਾ ਹੈ ਗੁਰਮੁਖਾਂ ਦਾ, ਜਿਵੇਂ ਬਾਬਾ ਫਰੀਦ ਜੀ ਦੇ ਬਚਨ ਨੇ ਨਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ ਪੱਲੇ
ਸਭ ਕਿਛ ਪਾਏ। ਇਹ ਫਰੀਦ ਸਾਹਿਬਾਨ ਜੀ ਦੇ ਬਚਨ ਨੇ ਕਿ ਇੰਨੀ ਇਹੋ ਜਿਹੀ ਚੜ੍ਹਦੀ ਕਲਾ ਵਾਲੀ ਅਵਸਥਾ ਬਣ ਗਈ, ਪਰਾਏ ਦਾ ਭਲਾ ਵੀ ਉਹੀ ਕਰ ਸਕਦਾ ਹੈ ਜਿਹੜਾ ਆਪ ਭਲਾ ਪੁਰਸ਼ ਹੋਵੇ। ਜਿਹੜਾ ਆਪ ਭਲਾ ਪੁਰਸ਼, ਜਿਹਦੇ ਚੰਗੇ ਗੁਣ ਜਿਹਦੇ ਅੰਦਰ ਹੋਣ, ਉਹੀ ਦੂਜੇ ਦੀ ਚੰਗਿਆਈ ਕਰ ਸਕਦਾ ਹੈ। ਜਿਹੜਾ ਆਪ ਬੁਰਾ ਹੋਵੇ ਤਾਂ ਉਹਨੂੰ ਦੂਜੇ ਦਾ ਬੁਰਾ ਚਿੱਤ ਬਣਾਏ। ਇਸ ਕਰਕੇ ਬਾਬਾ ਫਰੀਦ ਜੀ ਕਹਿੰਦੇ ਨੇ, ਕਹਿੰਦੇ ਜੇ ਤੂੰ ਇਸ ਤਰ੍ਹਾਂ ਪਰਾਏ ਦਾ ਭਲਾ ਕਰੇ, ਕਿਸੇ ਦਾ ਮੰਦਾ ਨਹੀਂ ਚਿਤਵੇਗਾ, ਕਹਿੰਦੇ ਫਿਰ ਸੱਚ ਜਾਣੀ ਤੈਨੂੰ ਕਿਸੇ ਪ੍ਰਕਾਰ ਦਾ ਤੇਰੀ ਦੇਹੀ ਨੂੰ ਰੋਗ ਨਹੀਂ ਲੱਗੇਗਾ। ਅਸਲ ਵਿੱਚ ਜਿਹੜੇ ਸਾਡੇ ਸਰੀਰਾਂ ਦੇ ਵਿੱਚ ਰੋਗ ਉਤਪੰਨ ਹੁੰਦੇ ਨੇ, ਚਾਹੇ ਉਹ ਰੋਗ ਛੋਟਾ ਹੈ ਚਾਹੇ ਵੱਡਾ ਹੈ, ਅਜੋਕਾ ਸਮਾਂ ਇਹੋ ਜਿਹਾ ਹੈ ਕਿ ਹਰ ਘਰ ਵਿੱਚ ਮੈਡੀਸਨ ਹੈ। ਦਵਾਈ ਦੇ ਰਾਹੀਂ ਹੀ ਜੀਵ ਦੇ ਸਰੀਰ ਚੱਲਦੇ ਨੇ। ਉਹ ਕਾਰਨ ਆਪਾਂ ਆਪ ਸਹੇੜੇ ਹੋਏ ਨੇ, ਕਿਉਂਕਿ ਇੱਕ ਦੂਜੇ ਨਾਲ ਈਰਖਾ ਕਰਨੀ ਹੈ, ਈਰਖਾ ਦੇ ਵਿੱਚ ਹੀ ਆਪਣੇ ਜੀਵਨ ਨੂੰ ਬਤੀਤ ਕਰਨਾ, ਜਿਸ ਕਰਕੇ ਫਿਰ ਜਿਹੜੇ ਰੋਗ ਨੇ ਆਪਣੇ ਆਪ ਫਿਰ ਦੇਹੀ ਨੂੰ ਆ ਕੇ ਚਿੰਬੜਦੇ ਨੇ। ਜਦੋਂ ਆਪਣਾ ਮਨ ਵਿੱਚ ਇਹ ਅਵਸਥਾ ਬਣ ਗਈ ਕਿ ਨਹੀਂ, ਜੋ ਕੁਝ ਹੋ ਰਿਹਾ ਸੰਸਾਰ ਵਿੱਚ ਉਹ ਪਰਮਾਤਮਾ ਕਰ ਰਿਹਾ ਹੈ। ਜੇ ਤੇਰੇ ਘਰ 'ਚ ਖੁਸ਼ੀਆਂ ਖੇੜੇ ਨੇ, ਗੁਆਂਢੀਆਂ ਦੇ ਘਰ, ਤੇਰੇ ਘਰ ਵਿੱਚ ਦੁੱਖ ਦੀ ਘੜੀ ਹੈ, ਤੂੰ ਇਹ ਨਾ ਸੋਚ ਕਿ ਮੈਨੂੰ ਰੱਬ ਨੇ ਦੁੱਖ ਕਿਉਂ ਦੇਣਾ, ਕਿ ਇਹ ਤੇਰਾ ਕਰਮ ਹੈ। ਕਈ ਵਾਰੀ ਸਾਡੇ ਮਨਾਂ 'ਚ ਇਹ ਖਿਆਲ ਆ ਜਾਂਦੇ ਨੇ ਕਿ ਰੱਬ ਨੇ ਮੈਨੂੰ ਕੁਝ ਨਹੀਂ ਦੇਣਾ ਕੀਤਾ, ਮੇਰੇ ਫਲਾਣੇ ਰਿਸ਼ਤੇਦਾਰ ਨੂੰ, ਮੇਰੇ ਭਰਾ ਨੂੰ ਆਹ ਦੇ ਦਿੱਤਾ ਹੈ, ਉਹਦੇ ਕੋਲ ਸਭ ਕੁਝ ਹੈ, ਮੇਰੇ ਕੋਲ ਕੁਝ ਵੀ ਨਹੀਂ ਹੈ। ਕਈ ਵਾਰੀ ਰੱਬ ਉੱਤੇ ਗੁਰੂ ਉੱਤੇ, ਪਰਮੇਸ਼ਰ ਉੱਤੇ ਆਪਾਂ ਰੋਸਾ ਕਰਦੇ ਹਾਂ। ਪਰ ਸੱਚ ਜਾਣੇ ਗੁਰੂ ਸਵਾਰਿਓ, ਸਭ ਤੋਂ ਵੱਡੀ ਦਾਤ ਹੈ ਸਰੀਰਕ ਤੰਦਰੁਸਤੀ। ਜੇ ਸਾਡੇ ਹੱਥ ਪੈਰ ਸਹੀ ਸਲਾਮਤ ਨੇ, ਜ਼ਬਾਨ ਦੇ ਨਾਲ ਅਸੀਂ ਬੋਲ ਸਕਦੇ ਹਾਂ, ਇਹ ਸਭ ਤੋਂ ਵੱਡੀ ਦਾਤ ਹੈ। ਜਿਸ ਦਿਨ ਸਾਡੇ ਹੱਥ ਪੈਰ ਰੁਕ ਗਏ ਅਤੇ ਉਦੋਂ ਆਪਾਂ ਮੰਜੇ ਉੱਤੇ ਪੈ ਜਾਣਾ ਹੈ। ਅਤੇ ਪਰਮੇਸ਼ਰ ਦਾ ਧੰਨਵਾਦ ਕਰੋ, ਵਾਹਿਗੁਰੂ ਦਾ ਸ਼ੁਕਰ ਕਰੋ ਕਿ ਪਰਮਾਤਮਾ ਤੈਂ ਸਾਨੂੰ ਬਿਨਾਂ ਮੰਗਿਆਂ ਇਹ ਸਰੀਰ ਦੇਣਾ ਕੀਤਾ, ਤੰਦਰੁਸਤੀ ਦੇਣਾ ਕੀਤੀ ਹੈ। ਇਹ ਤੰਦਰੁਸਤੀ ਸਭ ਤੋਂ ਵੱਡੀ ਦਾਤ ਹੈ। ਅਤੇ ਹਰੀ ਦਾ ਸੇਵਕ, ਜਦੋਂ ਆਪਾਂ ਇਸ ਤਰ੍ਹਾਂ ਮਨ 'ਚ ਈਰਖਾ ਛੱਡ ਦਿਆਂਗੇ, ਚੁਗਲੀ ਨਿੰਦਿਆ ਛੱਡ ਦਿਆਂਗੇ, ਅਤੇ ਗੁਰੂ ਸਵਾਰੇ ਆਪਣੇ ਆਪ ਹੀ ਸਾਡੇ ਸਾਰੇ ਜਿੰਨੇ ਵੀ ਰੋਗ ਹਨ ਉਹ ਦੂਰ ਹੋ ਜਾਣੇ। ਕਿਉਂ ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ, ਫਿਰ ਇਹੋ ਜਿਹੀ ਅਵਸਥਾ ਬਣ ਜਾਵੇਗੀ। ਅਤੇ ਸਤਿਗੁਰੂ ਮਹਾਰਾਜ ਬਚਨ ਕਰਦੇ ਹਨ ਕਿ ਹਰੀ ਦਾ ਸੇਵਕ ਕਿਹੋ ਜਿਹਾ, ਕਹਿੰਦੇ ਹਰ ਕਾ ਸੇਵਕ ਸੋ ਹਰ ਜਿਹਾ। ਹਰੀ ਦਾ ਸੇਵਕ ਹਰੀ ਜੈਸਾ ਹੀ ਹੈ। ਕਹਿੰਦੇ ਭੇਦ ਨਾ ਜਾਣੋ ਮਾਨਸ ਦੇਹ। ਕਹਿੰਦੇ ਇਹ ਮਨ 'ਚ ਅਸੀਂ ਭੇਦ ਨਹੀਂ ਜਾਣਨਾ, ਇਹ ਨਹੀਂ ਸ਼ੰਕਾ ਕਰਨੀ ਕਿ ਹਰੀ ਤਾਂ ਨਿਰਗੁਣ ਸਰੂਪ ਹੈ ਅਤੇ ਹਰੀ ਦਾ ਸੇਵਕ ਤਾਂ ਮਨੁੱਖਾ ਦੇਹੀ ਧਾਰਨ ਕਰਕੇ ਆਇਆ ਹੋਇਆ। ਇਸ ਤਰ੍ਹਾਂ ਮਨ 'ਚ ਸ਼ੰਕਾ ਨਹੀਂ ਕਰਨੀ ਹੈ। ਕਹਿੰਦੇ ਪਰਮੇਸ਼ਰ ਦੇ ਗੁਣ ਗਾਇਨ ਕਰਕੇ ਪਰਮੇਸ਼ਰ ਦਾ ਪਿਆਰਾ, ਪਰਮੇਸ਼ਰ ਦਾ ਰੂਪ ਹੀ ਬਣ ਜਾਂਦਾ। ਇਹ ਨਹੀਂ ਬਿਲਕੁਲ ਸ਼ੰਕਾ ਕਰਨੀ ਹੈ। ਫਿਰ ਅਗਲੀ ਪੰਕਤੀ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਕਿਸ ਤਰ੍ਹਾਂ ਹਰੀ ਦਾ ਸੇਵਕ, ਹਰੀ ਦਾ ਦਾਸ ਜਿਹੜਾ ਹਰੀ ਵਿੱਚ ਅਭੇਦ ਹੁੰਦਾ, ਲੀਨ ਹੁੰਦਾ, ਅਤੇ ਪਾਤਸ਼ਾਹ ਕਿਰਪਾ ਕਰ ਰਹੇ ਹਨ। ਜਿਉਂ ਜਲ ਤਰੰਗ ਉੱਠੈ ਬਹੁ ਭਾਂਤੀ, ਫਿਰ ਸਲਲੈ ਸਲਲ ਸਮਾਏ ਦਾ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਹਰੀ ਪਰਮਾਤਮਾ ਦਾ ਜਿਹੜਾ ਸੇਵਕ ਹੈ ਉਹ ਹਰੀ ਦੇ ਵਿੱਚ ਅਭੇਦ ਹੁੰਦਾ, ਲੀਨ ਹੁੰਦਾ ਹੈ। ਜਿਵੇਂ ਕਹਿੰਦੇ ਹਵਾ ਚੱਲਣ ਦੇ ਨਾਲ ਸਮੁੰਦਰ ਵਿੱਚ, ਪਾਣੀ ਵਿੱਚ ਲਹਿਰਾਂ ਪੈਦਾ ਹੁੰਦੀਆਂ ਨੇ, ਅਨੇਕਾਂ ਪ੍ਰਕਾਰ ਦੀਆਂ ਲਹਿਰਾਂ ਪੈਦਾ ਹੁੰਦੀਆਂ। ਜਦੋਂ ਫਿਰ ਹਵਾ ਸ਼ਾਂਤ ਹੋ ਜਾਂਦੀ ਹੈ, ਫਿਰ ਸਲਲ ਸਲਲ ਸਮਾਇਨ ਦਾ, ਫਿਰ ਉਹੀ ਲਹਿਰਾਂ ਉਸੇ ਸਮੁੰਦਰ ਦੇ ਵਿੱਚ, ਉਸੇ ਪਾਣੀ ਵਿੱਚ ਜਾ ਕੇ ਸਮਾ ਜਾਂਦੀਆਂ ਨੇ। ਫਿਰ ਉਹਨੂੰ ਕੋਈ ਨਹੀਂ ਆਖਦਾ ਕਿ ਇਹ ਸਮੁੰਦਰ ਦੀਆਂ ਲਹਿਰਾਂ ਨੇ। ਉਦੋਂ ਕਹਿੰਦੇ ਇਹ ਸਮੁੰਦਰ ਦਾ ਪਾਣੀ ਹੈ। ਜਦੋਂ ਤੱਕ ਵੱਖਰਾ ਹੋਣ ਦੀ ਕੋਸ਼ਿਸ਼ ਕੀਤੀ ਅਤੇ ਸਾਰਿਆਂ ਨੇ ਆਖਿਆ ਕਿ ਸਮੁੰਦਰ ਦੀਆਂ ਲਹਿਰਾਂ,
पर जदों उही लहरां विच जाके समा गईयां, विच भेद हो गईयां, फिर कहण लग पे कि भाई ये समुंदर है। ते परमेश्वर दे प्यारे भी जदों अपना आप त्याग के उस मालक प्रभु दे गुणां दा गैन करते हैं, प्रभु दे विच अभेद हो जाते हैं, फिर दुनिया दे लोग उस प्यारे नूं नाम दिंदे ने कि हरि दा जन है, हरि दा प्यारा, हरि जैसा। जिहड़े गुण हरि दे विच ने ਉਹ गुण हरि दे प्यारिਆਂ विच ਹਨ। इस तरह फिर उन्होंने मान सन्मान मिलता है, वो मालक का रूप बन जाते हैं। एक जाचक मंगै दान दुआरै, जा प्रभ भावै तां किरपा धारै। गुरु साहिबान जी अगली पंक्ति च बख्शिश करते हैं, कहते एक जाचक मंगै दान दुआरै। हे प्रभु, मैं एक जाचक मंगता तेरे पासों दात मंग रहा, तेरे द्वारा ते दान मंग रहा। किहड़ा दान मंग? जिवें भिखारी का काम है, भिखारी घर घर जाके मंगदा। जिहो जी गुरु सवार जिस तरह घर जो उहदे कर्मां च हुंदा है, परिवार के मैंबर जिहड़े घर जांदा ते उत्थे कोई 10 रुपए दिंदा, कोई 5 पैसे दिंदा, 5 रुपए दिंदा है, कोई आटा पांदा, कोई दाल पांदा, कोई सब्जी पांदा, कोई वस्त्र दिंदा है। ते मंगते दा काम मंगना, मंगना बड़ा औखा है। अपने जमीर नूं मार के मंगिया जाता है। एक गल होर याद रखियो, किसे लई मंगना सौखा है। कोई जीव किसी की लोड़ पूरी करनी है, ਉਹਦੇ ਲਈ ਆਪਾਂ ਮੰਗ ਸਕਦੇ ਹਾਂ। ਉਹਦੇ ਲਈ ਕਿਸੇ ਪਾਸੋਂ ਮੰਗਿਆ ਕਿ ਆਹ ਭਾਈ ਆ ਫਲਾਣਾ ਜੀਵ ਦੁਖੀ ਹੈ, ਆਹ ਲੋੜ ਹੈ, ਇਹ ਪੂਰੀ ਕਰਨੀ ਆਪਾਂ, ਉਹਦੇ ਲਈ ਮੰਗਿਆ ਜਾ ਸਕਦਾ। ਪਰ ਜਦੋਂ ਆਪਣੀ ਮੰਗਣ ਦੀ ਵਾਰੀ ਆਉਂਦੀ ਹੈ ਨਾ, ਤੇ ਉਦੋਂ ਜੀਵ ਨਹੀਂ ਮੰਗ ਸਕਦਾ, ਕਿਉਂਕਿ ਮੰਗਤਾ ਨਹੀਂ ਬਣਿਆ। ਪਰਮਾਤਮਾ ਦੇ ਦਰ 'ਤੇ, ਵਾਹਿਗੁਰੂ ਦੇ ਦਰ 'ਤੇ ਫਿਰ ਮੰਗਤਾ ਬਣਨਾ ਪਵੇਗਾ परमात्मा तो कुछ लैण वास्ते। जे मंगते नूं गुरु सवारिओ, जदों वो मंगण आंदा घरां दे विच, पिंडां विच, शहरां विच विचरदा, कई वारी परिवार दे मैंबर कबूल बोल दिंदे ने, ते मंगता अगू हस के सार दिंदा, कुछ नहीं बोलदा। तो इस तरह जिहड़ा प्रभु का प्यारा है, प्रभु के दर ते आके, गुरु के दर ते आके दात मंगदा। जे गुरु साहिबान जी दात दे देवे फिर शुकराना करदा। जे गुरु साहिबान जी गुरु सर झिड़का मारन, धक्के मारन, तो फिर अगों फिर भी वो मालक की रजा, गुरु की रजा विच रहिंदा है, तो उस मालक के भाणे नूं मिठा करके मानदा है। गुरबाणी विच पातशाह बचन करते हैं, पंजवें गुर दे महाराज कहते हैं कि जे गुर झिड़के तां मीठा लागै, जे बख्शे तां गुर वडियाई। जे गुरु झिड़कदा कहते मैनूं मिठा लगदा है, जे गुरु साहिबान जी बख्श दिंदे ने, पिछले औगण बख्श ले, प्रभ आग्ञा मार्ग पावै, फिर कहते ये गुरु की वडियाई इहदे विच। मेरे जैसे औगणां दे भरे होए नूं सतगुरु जी वडियाई दे रहे ने, मान सन्मान दे रहे, मेरे कीते गुनाहां नूं बख्श रहे हैं। तो गुरु पातशाह कहते तू मंगता बन जा गुरु के दर ते। हिंदुस्तान दे विच बहुत सारे ऐसे तीर्थ ने जिन्हां तीर्थां दे उत्ते जाके लोग दान पुण्य दा काम करते हैं। हिंदू मत अनुसार 68 तीर्थ मन्ने ने। तो इस तरह एक तीर्थ है हिंदुआं दा जिन्हों आख्या दा कपाल मोचन। उत्थे गुरु कलगीधर पातशाह महाराज ने भी अपने मुबारक चरण पाए ने। कहते ने कपाल मोचन की धरती ते संगतां दा बहुत बड़ा इकट्ठ होया, मेला लग्या होया। दूरों दराडों संगतां चल के आईयां ने।
कोई इशनान कर रहा, कोई दान कर रहा पांडे लोगों नूं। बहुत भारी इकट्ठ। हुण कलगीधर पातशाह महाराज ਸਿੰਘਾਂ ਦੇ ਸਹਿਤ कपाल मोचन की धरती ते पहुँचे। जो सतगुरु कपाल, क्योंकि जो सतगुरु जी इधरले पासे इलाके च गए सी ना, नाहनपति जिहड़ा राजा सी मेदनी प्रकाश, उहदी बेनती नूं प्रवान करके पौंटा साहिब की धरती ते पातशाह विराजमान सी। उत्थों पातशाह फिर अगे गए ने। जदों सतगुरु महाराज पहुँचे ने, ਸਿੰਘ देख रहे हैं कि बड़ा भारी लोगों का इकट्ठ, तो लोग पांडे लोगों को मत्था टेकते, दान इत्यादि, कोई पैसा दे रहा, कोई वस्त्र दे रहा, कोई अनाज दे रहा है। तो सतगुरु जी नूं सिंह आखण लगे कि पातशाह जी सानू भी कुछ दान करना चाहिए। सतगुरु कहण लगे चलो भाई आप भी दान करते हैं। कहते ने एक खोता जिन्हें सारा दिन घुमियार का काम किया, सारा दिन भार ढोना किया, तो फिर उस खोते नूं चरण वास्ते मालक ने छड्डिया होया, मिट्टी नाल लिबड़िया होया। सतगुरु आखण लगे, कहने इस खोते नूं पकड़ के लैके आओ। सतगुरु का हुक्म सी। सिंह गए, खोता पकड़ लिआंदा। कहन लगे कि भाई पांडे लोगों नूं सदो, पंडितां नूं सदो, असीं दान करना है। तो पंडितां नूं जो सुनेहा दिता कि गुरु गोबिंद सिंह महाराज आए ने, गुरु नानक दी गद्दी दे 10वें वारस, उन्होंने दान करना है। तो पांडे बड़ी काहली नाल सारे पांडे चल के, पता नहीं गुरु घर विच सानूं की मिल जाना है कि सतगुर दे दर ते तां भंडारे वड्डे होणगे। जो सतगुरु दान देणगे साड़ियाँ झोलियाँ भर देणगे। इस तरह चाअ दे नाल सारे चल के आए ने। जो सतगुर दे सन्मुख खलोगे, मत्था टेकिया, पातशाह दे कोल आके बैठे ने। ते कलगीधर पातशाह महाराज कहण लगे भाई साडा ये दान है, एक खोता तुहानूं दान कर रहे हैं। जो सतगुरु ने आखे ये खोता तुहानूं दान कर रहे हैं, तो सारे नक चढ़ाना कीते। कहण लगे पातशाह ये किवें हो सकदा, असीं उच्च जाति दे ब्राह्मण लोग, पंडित लोग, वेद शास्त्र पढ़न वाले, गीता भगवत गीता दे अर्थ करन वाले, ते सानू लोग सत्कार दिंदे, सन्मान दिंदे हन। पर कलगीधर पातशाह आप जी ने साडी उच्च विद्या का निरादर किया, साडा भी निरादर किया, साडी उच्च विद्या का निरादर करना किया है। ये सतगुर के चरण पास इस तरह आक्रोश कर रहे हैं, तो कलगीधर पातशाह को मुस्करा रहे हैं। सतगुरु मुस्कराते ने, कहते ठीक है भाई, सानू नहीं पता सी कि तुहानू तुसी एक खोता तुहानू नहीं दिता जा सकता। कहते चलो कोई गल नहीं। कहते ने कलगियां वाले पातशाह नूं उस समय एक सिख ने बड़ा कीमती हार, सोने का हार ना, बड़ा कीमती सी, बड़ा भारा हार कलगीधर पातशाह नूं भेटा किया। सतगुरु जी ने उस समय की किया, वो हार पहला सतगुरु ने आप पहने आप पहनण उपरंत फिर कलगियां वाले पातशाह ने उस खोते नूं हार पहना दिता। जो खोते नूं हार पहनाया, तो कलगीधर पातशाह कहण लगे भाई हुण असीं खोता दान करना, कोई लैना आवे। जदों सतगुर ने यह आखिया, तो उदों गुरु सवारे सारे पांडे, एक कहंदा कि मैं लैना, दूजा कहंदा मैं लैना है, आपस में लड़न लग पे, झगड़न लग पे। तो कलगियां वाले पातशाह महाराज ने कहते हार आपो खोते के गल विचों उतारिया, फिर अपने खजाने च रख लिया। कहण लगे उही पांडे सिंह जिहड़े कहंदे सी खोता दान नहीं लैना, साडी विद्या का निरादर कीता है, साडा तुसीं अपमान कीता है। कहंदे हुण जदों तुसीं सोने का हार देखिया, सारे लालच बस हो के एक दूजे नाल झगड़ रहे, लड़ रहे हो। कहंदे तुहानूं दान नहीं देना, किसी गरीब मजलूम नूं दे देंगे, लोड़वंद की सहायता कर देंगे,
पर तुहाडी सहायता कदे नहीं की जाए। तुसीं तां गरीबां दा मजलूमां दा खून चूस रहे हो। तो सतगुरु ने सानू पल पल ये समझाना कीता है कि किहड़े समय किहदी सहायता करनी। पर आपां जदों ये दान पाउण दा काम गुरु घर विच भी है, गुरु घरां दे विच जिथे, क्योंकि गुरु घर वेखे जदों आपां देखीए लोड़वंदां दी सहायता की जाती। लोड़वंद भुखे नूं प्रशादा मिलदा, इत्थे कोई यात्री सफ़र करदा होया आ रहा है, रात कट्टनी है, रहण बसेरे कमरा मिलता है, होर सहूलतां ने जिवें हुण आ करोना महामारी फैली हुई सी, हुण भी चल रही है। तो गुरु घर वेखे लंगर लगे, ऑक्सीजन लंगर लगे, होर लोड़ां पूरीआं कीतीआं गईआं। ये दान गुरु जिहड़ा गुरु घर वेखे आउंदा, ते ये फिर जिथे धार्मिक कारज कीते जाते हैं उत्थे नाल इस तरह लोड़वंदां दी सहायता भी की जाती है। सो कहण दा भाव है कि दान देण वेले आपां विचार करनी है कि जिहड़ा जिन्हों आपां दान दे रहे हैं कि ये लैण दा अधिकारी भी कि नहीं है। बाकी गुरु नूं पहलां भी दास ने कई बारी बेनती की है, जो गुरु के दर ते आना ना, आपां चाहे 10 रुपये मत्था टेकी, चाहे 20 टेकी, चाहे 100 टेकीए, 500 टेकीए, अपनी समर्था जो भी आपां दाल चढ़ाईए, आटा चढ़ाईए, कदों ये नहीं आखना कि गुरु घर विखे असी दान किया है। दान भिखारी नूं दिता जाता है। गुरु सवारिओ, जिहड़ा मंगता होवे ना, मंगते नूं दान दिता जाता है। तो गुरु तो साडा बादशाह है, तो गुरु बादशाह, तो बादशाह नूं किसी राजे महाराजे नूं कोई आखे ना कि राजन मैं तुहानूं ये दान दे रहा हाँ, तो ये राजे की तौहीन होवेगी। हाँ, दो शब्द ने, एक है भेटा तो एक है दान। दान भिखारी नूं दिता जाता है, भेटा जिहड़ी है वो प्रेम दे सद भेटा की जाती है, सत्कार वजों भेटा की जाती है। जिवें आपां अखंड पाठ साहिब सहज पाठ साहिब प्रारंभ कराते हैं तो उदों पुछदे कि भेटा किन्नी है, इसदा मतलब की है प्रेम भेटा। गुरबाणी की कोई भेटा दे नहीं सकता, भी भेटा किन्नी है, सहज पाठ की भेटा किन्नी, सुखनी साहिब की भेटा किन्नी, कीर्तन भेटा किन्नी है। जे आपां कहदे कीर्तन दान किन्ना है, कीर्तन खंड पाठ दान किन्ना, वो फिर गलत हो जाना ना। गुरु नूं प्रेम सहित भेटा की जाती है। तो भेटा आपां जदों शब्द वरत, आम तौर पर कई गुरुद्वारे ऐसे भी हैं जिन्हां गुरुद्वारियां उत्ते लिखिया होया दान पेटी। ये गुरु का खजाना, गुरु की गोलक, इत्थे केवल भेटा की जाती है। जिवें कड़ाह प्रसाद की देग आपां कहंदे भेटा की सतगुर के दर ते, जे आपां कहंदे कड़ाह प्रसाद की देग दान की, फिर गल नहीं ना बननी। प्रेम दे सहित भेटा करनी है, जो कुछ भी करना। आपां गुरु नूं कहना सतगुरु तेरा तुझको सौंप दे क्या लागे मेरा, निरहंकार होके। फिर आपां जदों इस तरह गुरु साहिबान दे चरणां 'च भेटावां अर्पण करांगे तो गुरु दे दर ते दिता होया किसी लोड़वंद दी कीती हुई सहायता, वो चौगुना फल सानू मालक दे दर तो प्राप्त होंदा है। ये साडे गुरु ग्रंथ साहिब महाराज कह रहे ने, होर अन मतां दे धार्मिक ग्रंथ भी इस गल की गवाही दिंदे ने। इस करके इत्थे सतगुरु कहंदे इस तरह ही ऐ भाई जदों तू उस मालक दे दर तो मंगना ना, तू मंगण वेले तू भिखारी बनना। गुरु तैनू दान दवे ना दवे वो गुरु की मर्जी है, परमेश्वर की मर्जी है। ते आखना है हम भीख भिखारी तेरे, तू निजपत है दाता। तै आखना है मैं क्या मांगो कुछ थिर न रहाई, हर दीजा नाम प्यारी जीओ। इस तरह आखना कि मालक बस तेरा नाम ही मैनू देना कर, यही थिर रहन वाला, बाकी सब कुछ फानी है, सब कुछ नाशवंत है। केवल ते केवल एक ही पदार्थ, नाम पदार्थ गुरसिੱਖੀ जीवन, यही साडे नाल निभण वाला है।
गुरु के दर ते आपां दातां मंगदे आ के, ठीक है, सिख ने मंगना गुरु पासों है। सिख गुरु का दर छड्ड के थामां तां झोली अड्डे ये भी शोभा नहीं दिंदा है। तो मंगण वाली आपां दात मंगिया करिए। सिੱਖੀ दान, भरोसा दान, अमृत वेला, गुरबाणी पढ़नी, गुरबाणी नाल प्रेम, जो आप ये मंगांगे ना तो बाकी पदार्थ अपने आप चल के आ जाने। क्योंकि ये असल में जो मालक ने सानू पैदा किया ना, तो लोड़ां भी उन्हें आप पूरियां करनियां ने। लिखियां हुई लिखत है, कोई मेट नहीं सकता। जिथे जिथे दाना पानी आपां चुगना है वो सानू मिल के रहेगा। जो फिर मालक की लिस्ट में दाना पानी मुक गया ना, दाना कहते घर में जब घर में दाने पे ने, आटा मुक गया आप फिर पा लेंदे हैं, फिर मुल लिया, फिर आप दाने पाए, दाने पीते, फिर वो आटा तैयार हो गया। होर साजो सानू मुक्या फिर आप पा लिया। किसी दुकानदार ने दुकान कर रहा है, करियाने की दुकान है, साजो समान विक गया, दोबारा फिर पाना कीता। पर जो मालक की दरगाह वेखे, जी मालक को लिस्ट है ना, वो उत्ते लिखिया होया कि आ छकना, आ पदार्थ खाना, आ पहनना, ये चीज़ों नूं लोड़ पैनी है। तो ज्यों ज्यों सानू मिली जा रही हैं, तो उत्थे उत्थे नाल मालक वाहिगुरू उत्थे पैंदे नाल कह दी आपां काटा मारीए कि ये भी हो गया, ये भी हो गया। जदों फिर मालक की लिस्ट खत्म होई, जिहड़ी मालक को लिस्ट पई हुई है परमात्मा कोल, जदों वो लिस्ट खत्म हो गई तो उदों फिर गुरु सवरे साडा संसार विचों दाना पानी मुक जाना। फिर कहंदे फलाना जीव चढ़ाई कर गया, फलाने की मौत हो गई। असल में दाना पानी मुक गया। मालक की लिस्ट जिहड़ी परमात्मा ने बना के भेजी सी, उहदे विच दाना पानी खत्म हो गया। तो आपां मालक दे दर तों केवल दान मंगना, गुरसिੱਖੀ जीवन, अमृत वेला, अमृत बाणी नाल प्यार। तो सतगुरु जी इत्थे बचन करते हैं, कहते एक जाचक मंगता, मंगै दान द्वारै। मंगदा है प्रभु दे दर ते, दान मंगदा की मंगदा, कहते जा प्रभ भावै तां किरपा धारै। कहते मेरा काम है मंगना, मैं तो मंग रहा। कहते हुण जे प्रभु नूं जाप जां प्रभु नूं भा जावे, चंगा लगे, मेरी कीती हुई फरियाद, मेरी कीती हुई बेनती उस दे दर ते प्रवान हो जावे, तां किरपा धारै। फिर ही कहते मालक वाहिगुरू किरपा धारण करदा है। देहो दरस जित मन तृपतासै, हर कीर्तन मन ठहराएंदा। मंगिया की पातशाह ने फिर कहते परमात्मा तेरे दर ते मैं बेनती करदा, जे तैनूं भाउंदा ते आप जी मेरे उत्ते बख्शिश करो। की मंगिया, कहते देहो दरस जित मन तृपतासै। मेरे मालक जी मैनू अपने दर्शन दीदारे देना करो। जिस जदों जित मन तृपतासै, जिस जिन्हें दर्शन दीदारे करके मेरा मन तृप्त जावे, रज जावे। ते हर कीर्तन मन ठहराएंदा, हरि दी कीर्ति विच मेरा मन जिहड़ा ठहरदा नहीं है, इधर उधर दौड़िया भजिया फिरदा है। आप जी ये बख्शिश करो ताकि मेरा मन कीर्तन प्रभु दी हरि दी कीर्ति विच ठहर जावे, भाव मेरी जिहड़ी शब्द ते सुरती दा समेल हो जावे। ये मेरे उत्ते मेरे मालक जी बख्शिश करना करो। रूड़ो ठाकुर कितै वस न आवै, हर सो किश करे, जे हर किया संता भावै। रूड़ो का अर्थ है सुंदर, सोहना। जिमें सतगुरु का तेरा नाम रूड़ो, रूप रूड़ो, आतरंग रूड़ो, मेरो रामैया। भगत नाम दे सहबान दे बचन ने कि परमात्मा तेरा नाम भी सुंदर, रूप भी तेरा बड़ा सोहना है, ते इस तरह तेरा रंग बड़ा सोहना है, तू सारियां थावां ते रमिया होया है।
ਤੇ ਇੱਥੇ ਵੀ ਇਹੀ ਬਚਨ ਰੂੜੋ ਠਾਕੁਰ, ਮੇਰਾ ਜਿਹੜਾ ਠਾਕੁਰ ਹੈ, ਮਾਲਕ ਹੈ, ਬੜਾ ਸੋਹਣਾ ਹੈ। ਕਿਹੋ ਜਿਹਾ ਸੋਹਣਾ ਹੈ? ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਪੁੱਛੋ, ਸਤਿਗੁਰੂ ਕਹਿੰਦੇ ਨੇ ਕਿ ਨਿਜਰ ਨਰੂਪ ਹੋਂ ਕਿ ਸੁੰਦਰ ਸਰੂਪ ਹੋਂ ਕਿ ਭੂਪਨ ਕੇ ਭੂਪ ਹੋਂ ਕਿ ਦਾਤਾ ਮਹਾ ਦਾਨ ਹੋ। ਕਿ ਪਰਮਾਤਮਾ ਕੀ ਆਖਾਂ ਤੈਨੂੰ ਮੈਂ, ਤੇਰੇ ਕਿਹੜੇ ਕਿਹੜੇ ਗੁਣਾਂ ਦਾ ਗਾਇਨ ਕਰਾਂ, ਤੇਰੇ ਵਿੱਚ ਸਾਰੇ ਗੁਣ ਨੇ। ਤੂੰ ਸੁੰਦਰ ਸਰੂਪ ਵਾਲਾ ਹੈ ਤੇ ਭੂਪ ਰਾਜਿਆਂ ਵਿੱਚੋਂ ਵੱਡਾ ਰਾਜਾ ਹੈ, ਦਾਨੀਆਂ ਵਿੱਚੋਂ ਵੱਡਾ ਦਾਨ ਕਰਨ ਵਾਲਾ ਹੈ, ਐਡਾ ਵੱਡਾ ਤੂੰ ਮਾਲਕ ਹੈ। ਤੇ ਇਸ ਕਰਕੇ ਤੂੰ ਮਾਲਕ ਜੀ ਬੜਾ ਸੋਹਣਾ ਹੈ। ਉਹ ਜਿਹੜਾ ਮੇਰਾ ਸੋਹਣਾ ਠਾਕੁਰ ਹੈ, ਕਹਿੰਦੇ ਕਿਤੇ ਵਸ ਨਾ ਆਵੇ। ਮੈਂ ਬੜੀ ਕੋਸ਼ਿਸ਼ ਕਰਦਾ ਕਿ ਮੇਰਾ ਮਾਲਕ ਮੇਰੇ ਵਸੀਕਾਰ ਹੋ ਜਾਵੇ, ਪਰ ਕਹਿੰਦੇ ਉਹ ਵਸ ਵਿੱਚ ਨਹੀਂ ਆ ਰਿਹਾ। ਜਿਵੇਂ ਇੱਕ ਪਤਨੀ ਆਪਣੇ ਪਤੀ ਨੂੰ ਵਸ ਕਰਨ ਦੇ ਲਈ ਬੜੀਆਂ ਕੋਸ਼ਿਸ਼ਾਂ ਕਰਦੀ ਹੈ। ਇਹ ਪ੍ਰੇਮ ਦੀ ਡੋਰੀ ਦੇ ਨਾਲ ਪਤਨੀ ਆਪਣੇ ਪਤੀ ਨੂੰ ਵਸ ਵਿੱਚ ਕਰ ਸਕਦੀ ਹੈ। ਤੇ ਬਾਬਾ ਫਰੀਦ ਸਾਹਿਬਾਨ ਜੀ ਦੇ ਬਚਨ ਨੇ ਕਹਿੰਦੇ ਨੇ, ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਬੇਸੋ ਹੋ ਕਰੀ, ਜਿਤ ਬਸ ਆਵੈ ਕੰਤ। ਕਹਿੰਦੇ ਉਹ ਕਿਹੜਾ ਲਿਬਾਸ ਹੈ, ਕਿਹੜਾ ਸ਼ਿੰਗਾਰ ਹੈ, ਜਿਹਦੇ ਰਾਹੀਂ, ਉਹ ਕਿਹੜੇ ਅੱਖਰ ਨੇ, ਸ਼ਬਦ ਨੇ, ਜਿਹਦੇ ਰਾਹੀਂ ਮੈਂ ਆਪਣੇ ਪਤੀ ਨੂੰ ਬਸ ਵਿੱਚ ਕਰ ਲਵਾਂ। ਫਿਰ ਬਾਬਾ ਫਰੀਦ ਜੀ ਅਗਲੇ ਸ਼ਲੋਕ 'ਚ ਉੱਤਰ ਦਿੰਦੇ ਨੇ, ਕਹਿੰਦੇ ਨੇ, ਨਿਵਣ ਸੋ ਅੱਖਰ ਖਵਣ ਗੁਣ, ਜਿਹਵਾ ਮਣੀਆਂ ਮੰਤ, ਏ ਤਰੈ ਭੈਣੇ ਬੇਸ ਕਰ, ਤਾਂ ਬਸ ਆਵੈ ਕੰਤ। ਕਹਿੰਦੇ ਜਦੋਂ ਇਹੋ ਜਿਹਾ ਲਿਬਾਸ ਪਹਿਨ ਲਵੇਗੀ, ਰਸਨਾ ਦੇ ਰਾਹੀਂ ਉਸ ਮਾਂ ਆਪਣੇ ਪਤੀ ਦਾ ਜਸ, ਪਤੀ ਪਰਮੇਸ਼ਰ ਦਾ ਜਸ ਕਰੇਗੀ, ਵਡਿਆਈ ਕਰੇਗੀ। ਕਹਿੰਦੇ ਤੇਰੇ ਅੰਦਰ ਨਿਮਾਣਾਪਣ, ਨਿਮਰਤਾ ਆ ਜਾਵੇਗੀ। ਕਹਿੰਦੇ ਆਪਣੇ ਆਪ ਤੇਰਾ ਜਿਹੜਾ ਪਤੀ ਪਰਮੇਸ਼ਰ ਹੈ ਤੇਰੇ ਵੱਸ ਵਿੱਚ ਆ ਜਾਵੇਗਾ। ਕਹਿੰਦੇ ਇਸੇ ਤਰ੍ਹਾਂ ਹੀ ਰੂੜੋ ਠਾਕੁਰ ਕਿਤੇ ਵਸ ਨਾ ਆਵੇ। ਮੇਰਾ ਠਾਕੁਰ ਬੜਾ ਸੋਹਣਾ, ਮੈਂ ਉਹਨੂੰ ਵਸੀਕਾਰ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਪਰ ਵਸ ਵਿੱਚ ਨਹੀਂ ਆ ਰਿਹਾ। ਬੜੀ ਕੋਸ਼ਿਸ਼ ਕੀਤੀ ਹੈ। ਹਰ ਜੋ ਕਿਛ ਸੋ ਕਿਛ ਕਰੇ, ਜੇ ਹਰ ਕਿਆ ਸੰਤਾ ਭਾਵੈ। ਕਹਿੰਦੇ ਉਹ ਕਿਸੇ ਦੇ ਵਸੀਕਾਰ ਨਹੀਂ ਹੈ, ਪਰ ਹਾਂ ਇੰਨਾ ਜ਼ਰੂਰ ਹੈ, ਕਹਿੰਦੇ ਹਰੀ ਪਰਮਾਤਮਾ ਉਹੀ ਕਰਦਾ ਹੈ ਜਿਹੜਾ ਹਰੀ ਪਰਮਾਤਮਾ ਦੇ ਪਿਆਰੇ ਸੰਤਾਂ ਨੂੰ, ਗੁਰਮੁਖਾਂ ਨੂੰ ਭਾਵੈ, ਚੰਗਾ ਲੱਗਦਾ ਹੈ। ਗੁਰਮੁਖ ਜਨ ਪ੍ਰਭੂ ਦੇ ਪਿਆਰੇ, ਪਰਮਾਤਮਾ ਪਾਸੋਂ ਜਿਹੜੀ ਨਾ ਹੋਣ ਵਾਲੀ ਬਾਤ ਹੈ ਨਾ, ਉਹ ਵੀ ਗੱਲ ਸਿੱਧ ਕਰਾ ਲੈਂਦੇ ਨੇ। ਆਪਾਂ ਪੜ੍ਹਦੇ ਹਾਂ ਪਾਤਸ਼ਾਹ ਦੇ ਬਚਨ, ਦੁਖੀ ਕਦੋਂ ਹੁੰਦਾ ਪਰਮਾਤਮਾ? ਕਹਿੰਦੇ ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਜੋ ਰੱਬ ਦੇ ਪਿਆਰੇ ਦੁਖੀ ਹੁੰਦੇ ਨੇ ਤੇ ਉਦੋਂ ਮਨ ਰੱਬ ਦੁਖੀ ਹੁੰਦਾ ਹੈ। ਜਦੋਂ ਰੱਬ ਦੇ ਪਿਆਰੇ ਬੰਦਗੀ ਕਰਦੇ ਨੇ, ਆਨੰਦ ਵਿੱਚ ਹੁੰਦੇ ਨੇ, ਖੁਸ਼ ਹੁੰਦੇ ਨੇ, ਤੇ ਗੁਰੂ ਸਵਾਰਿਓ ਫਿਰ ਪਰਮਾਤਮਾ ਖੁਸ਼ ਹੁੰਦਾ ਕਿ ਮੇਰਾ ਪਿਆਰਾ। ਜਿਵੇਂ ਇੱਕ ਮਾਂ ਬਾਪ ਬੱਚੇ ਨੂੰ ਪਾਲਦੇ ਨੇ, ਬੱਚੇ ਖੁਸ਼ ਨੇ ਤੇ ਮਾਂ ਬਾਪ ਖੁਸ਼ ਹਨ। ਜੇ ਬੱਚੇ ਦੁਖੀ ਨੇ ਫਿਰ ਮਾਂ ਬਾਪ ਦੁਖੀ ਨੇ। ਇਸੇ ਤਰ੍ਹਾਂ ਦਾ ਸੁਭਾਅ ਪਰਮਾਤਮਾ ਦਾ ਹੈ ਤੇ ਪਰਮਾਤਮਾ ਆਪਣੇ ਪਿਆਰਿਆਂ ਨਾਲ ਬਹੁਤ ਜ਼ਿਆਦਾ ਪ੍ਰੇਮ ਕਰਦਾ ਹੈ। ਤੇ ਸਤਿਗੁਰੂ ਜੀ ਬਚਨ ਕਰਦੇ ਹਨ, ਕਹਿੰਦੇ ਜੋ ਹਰੀ ਦੇ ਪਿਆਰੇ ਸੰਤ ਜਨ ਨੂੰ ਭਾਉਂਦਾ, ਚੰਗਾ ਲੱਗਦਾ, ਕਹਿੰਦੇ ਉਹੀ ਹਰੀ ਪਰਮਾਤਮਾ ਕਰਦਾ ਹੈ। ਕੀਤਾ ਲੋੜਨ ਸੋਈ ਕਰਾਇਨ, ਦਰ ਫੇਰ ਨ ਕੋਈ ਪਾਏਂਦਾ। ਕਹਿੰਦੇ ਹਰੀ ਦੇ ਪਿਆਰਿਆਂ ਵਿੱਚ, ਗੁਰਮੁਖਾਂ ਵਿੱਚ ਇਹ ਗੁਣ ਪੈਦਾ, ਇੰਨਾ ਪ੍ਰੇਮ ਉਹਦਾ ਹਰੀ ਪਰਮਾਤਮਾ ਨਾਲ ਪੈਦਾ ਹੋ ਜਾਂਦਾ ਏ। ਕਹਿੰਦੇ ਜੋ ਉਹਨਾਂ ਦੀਆਂ ਲੋੜਾਂ ਹੁੰਦੀਆਂ ਨੇ ਨਾ, ਜੋ ਮਨ ਕਰਦਾ ਏ ਪ੍ਰਭੂ ਦੇ ਪਿਆਰੇ ਪਰਮਾਤਮਾ ਪਾਸੋਂ ਉਹ ਕਰਵਾ ਲੈਂਦੇ ਨੇ, ਉਹ ਕਰਵਾ ਲੈਂਦੇ ਨੇ। ਸੋਈ ਕਰਾਇਨ, ਕੀਤਾ ਲੋੜਨ ਸੋਈ ਕਰਾਇਨ, ਉਹ ਕਰਾਉਂਦੇ ਹਨ। ਦਰ ਫੇਰ ਨਾ ਕੋਈ ਪਾਏਂਦਾ। ਇੱਥੋਂ ਤੱਕ ਪਾਤਸ਼ਾਹ ਕਹਿੰਦੇ ਫਿਰ ਉਹ ਰੱਬ ਦੇ ਪਿਆਰੇ ਸੰਸਾਰ ਵਿੱਚ ਆਉਂਦੇ ਨੇ
ਤੇ ਦੁਬਾਰਾ ਫਿਰ ਸੰਸਾਰ ਵਿੱਚ ਉਹ ਫੇਰੀ ਨਹੀਂ ਪਾਉਂਦੇ, ਉਹ ਮਨੁੱਖਾ ਜਨਮ ਸਫਲਾ ਕਰ ਲੈਂਦੇ ਹਨ। ਜਿੱਥੈ ਪੁੱਤਰ ਕਲਤਰ ਨਾ ਬੇਲੀ ਕੋਈ, ਤਿੱਥੈ ਹਰ ਆਪ ਛਡਾਏਂਦਾ। ਜਿੱਥੇ ਨਾ ਕੋਈ ਪੁੱਤਰ, ਨਾ ਕਲੱਤਰ ਘਰ ਵਾਲੀ, ਨਾ ਬੇਲੀ ਮਿੱਤਰ ਸੱਜਣ ਇਤਿਆਦਿਕ, ਕਹਿੰਦੇ ਕੋਈ ਸਹਾਇਤਾ ਕਰਨ ਵਾਲਾ ਨਹੀਂ ਹੈ। ਕਹਿੰਦੇ ਉੱਥੈ ਤਿੱਥੈ ਹਰ ਆਪ ਛਡਾਏਂਦਾ। ਉੱਥੇ ਹਰੀ ਪਰਮਾਤਮਾ ਫਿਰ ਆਪ ਛਡਾਉਂਦਾ। ਹਰੀ ਨੂੰ ਚੇਤੇ ਕਰੀਏ, ਹਰੀ ਵਾਹਿਗੁਰੂ ਪਰਮਾਤਮਾ ਬਾਂਹ ਪਕੜਦਾ ਏ। ਭੱਟ ਸਾਹਿਬਾਨ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ। ਭੱਟ ਜੀ ਕਹਿੰਦੇ ਨੇ, ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ। ਜਿਵੇਂ ਪ੍ਰਹਿਲਾਦ ਦੀ ਰੱਖਿਆ ਕੀਤੀ, ਕਹਿੰਦੇ ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰ ਨਾਖ ਸਫਾਰੇ ਕਰ ਆਜ। ਹੁਣ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਨਤ ਬਸਤਰ ਦੀਨ ਵੋ ਸਾਜ। ਜਿਹੜੀ ਦ੍ਰੋਪਤਾ ਨੂੰ ਭਰੀ ਸਭ ਦੁਸ਼ਾਸਨ ਨਗਨ ਕਰਨ ਦੀ ਕੋਸ਼ਿਸ਼ ਕਰਦਾ ਸੀ। ਦ੍ਰੋਪਤਾ ਕਦੇ ਗੁਰੂ ਸਾਹਿਬ ਭੀਸ਼ਮ ਪਿਤਾਮਾ ਵੱਲ ਤੱਕਦੀ ਹੈ, ਕਦੇ ਪੰਜਾਂ ਪਾਂਡਵਾਂ ਆਪਣੇ ਪਤੀਆਂ ਵੱਲ ਤੱਕਦੀ ਹੈ, ਪਰ ਕੋਈ ਵੀ ਸਹਾਇਤਾ ਕਰਨ ਲਈ ਬੋੜਿਆ ਨਹੀਂ। ਸਾਰਨ ਨੀਵੀਂ ਪਾਈ ਹੋਈ ਹੈ। ਫਿਰ ਜਦੋਂ ਹਰੀ ਦਾ ਧਿਆਨ ਧਾਰਨ ਕੀਤਾ ਤੇ ਹਰੀ ਵਾਹਿਗੁਰੂ ਨੇ ਆਪ ਉਹਦੀ ਪੱਤ ਇੱਜ਼ਤ ਰੱਖਣਾ ਕੀਤੀ। ਹਰ ਪ੍ਰਭ ਜੀ ਸ਼ੀਨਤ ਬਸਤਰ ਦੀਨ ਵੋ ਸਾਜ, ਉਹਦੀ ਪੱਤ ਇੱਜ਼ਤ ਰੱਖ ਲਈ। ਫਿਰ ਅਗਲਾ ਵਚਨ ਕਰਦੇ ਨੇ ਕਿ ਸੁਦਾਮਾ ਆਪਦਾ ਤੇ ਰਾਖਿਆ, ਬਿਪਤਾ ਪੜਤ ਪੂਰੇ ਤਿਹ ਕਾਜ। ਸੁਦਾਮੇ ਦੇ ਘਰ ਵਿੱਚ ਅੱਤ ਦੀ ਗਰੀਬੀ ਸੀ। ਜਦੋਂ ਸ਼੍ਰੀ ਕ੍ਰਿਸ਼ਨ ਜੀ ਨਾਲ ਮਿਲਣ ਗਿਆ, ਸ਼੍ਰੀ ਕ੍ਰਿਸ਼ਨ ਜੀ ਦਵਾਰਕਾ ਦੇ ਰਾਜੇ ਸਨ। ਜਦੋਂ ਕ੍ਰਿਸ਼ਨ ਜੀ ਨਾਲ ਮਿਲਾਪ ਹੋਇਆ, ਘਰ ਵਾਲੀ ਕਹਿੰਦੀ ਇਹ ਬੱਚੇ ਭੁੱਖੇ ਮਰ ਰਹੇ ਨੇ, ਤੁਹਾਡਾ ਮਿੱਤਰ ਕ੍ਰਿਸ਼ਨ ਹੈ ਜੋ ਭਗਵਾਨ ਹੈ, ਰਾਜਾ ਵੀ ਹੈ, ਤੁਸੀਂ ਉਹਦੇ ਪਾਸੋਂ ਜਾ ਕੇ ਮੰਗ ਕੇ ਲੈ ਕੇ ਆਣਾ ਕਰੋ। ਘਰੋਂ ਤਾਂ ਚੱਲ ਪਿਆ। ਜਦੋਂ ਕ੍ਰਿਸ਼ਨ ਜੀ ਨਾਲ ਮਿਲਾਪ ਹੋਇਆ, ਆਓ ਭਗਤ ਕੀਤੀ, ਮੰਗ ਨਹੀਂ ਸਕਿਆ, ਖਾਲੀ ਮੁੜ ਕੇ ਆ ਗਿਆ। ਸੋਚਦਾ ਕਿ ਇੰਨੇ ਦਿਨ ਮੈਂ ਬਾਹਰ ਵੀ ਰਿਹਾ, ਮੇਰੇ ਬੱਚੇ ਭੁੱਖੇ ਹੋਣਗੇ, ਮੈਂ ਹੁਣ ਕੀ ਮੂੰਹ ਜਾਗਦਾ। ਮੇਰੀ ਘਰ ਵਾਲੀ ਨੇ ਮੈਨੂੰ ਭੇਜਣਾ ਕੀਤਾ ਸੀ ਕਿ ਕ੍ਰਿਸ਼ਨ ਜੀ ਤੁਹਾਡੇ ਮਿੱਤਰ ਨੂੰ ਬਸ ਮੰਗਣਾ ਕਰੋ, ਪਰ ਹੁਣ ਮੈਂ ਕੀ ਮੁੱਖ ਦਿਖਾਵਾਂਗਾ ਜਾ ਕੇ। ਜਦੋਂ ਘਰ ਵਿੱਚ ਆਇਆ ਤੇ ਕੀ ਦੇਖਦਾ, ਜਿੱਥੇ ਟੁੱਟਿਆ ਹੋਇਆ ਘਰ ਸੀ, ਆਲੀਸ਼ਾਨ ਮਕਾਨ ਬਣ ਗਿਆ ਤੇ ਉੱਥੇ 36 ਪ੍ਰਕਾਰ ਦੇ ਪਕਵਾਨ, ਘਰ ਵਿੱਚ ਚੰਗੇ ਵਸਤਰ ਪਹਿਨਣ ਲਈ ਬੱਚਿਆਂ ਨੂੰ ਮਿਲ ਗਏ, ਸਾਰੀਆਂ ਲੋੜਾਂ ਪੂਰੀਆਂ ਹੋਣ ਲੱਗ ਪਈਆਂ। ਉਹ ਬਚਨ ਸਤਿਗੁਰੂ ਇੱਥੇ ਬਚਨ ਕਰਕੇ ਸੁਦਾਮਾ ਆਪਦਾ ਤੇ ਰਾਖਿਆ, ਗਨਕਾ ਪੜਤ ਪੂਰੇ ਤਿਹ ਕਾਜ। ਸ਼੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ, ਰਾਖੋ ਦਾਸ ਭਾਟ ਕੀ ਲਾਜ। ਇਹ ਸਤਿਗੁਰੂ ਹੁਣ ਕਲਯੁਗ ਦਾ ਸਮਾਂ ਹੈ, ਆਪ ਜੀ ਦਾ ਵਰਤਾਰਾ ਵਰਤ ਰਿਹਾ ਹੈ। ਕਲਯੁਗ ਦੇ ਸਮੇਂ ਵਿੱਚ ਆਪ ਜੀ ਅਵਤਾਰੀ ਪੁਰਸ਼ ਹੋ ਤੇ ਦਾਸ ਭੱਟ ਆਪ ਜੀ ਦੀ ਸ਼ਰਨ ਵਿੱਚ ਆਇਆ, ਕਿਰਪਾ ਕਰਕੇ ਲਾਜ ਰੱਖਣਾ ਕਰੋ। ਤੇ ਇੰਜ ਪਰਮਾਤਮਾ ਗੁਰੂ ਸਵਾਰੇ ਫਿਰ ਆਪਣੇ ਪਿਆਰਿਆਂ ਦੀ ਸਹਾਇਤਾ ਕਰਦਾ ਹੈ। ਤੇ ਸਤਿਗੁਰੂ ਸਮਝਾਉਂਦੇ ਨੇ, ਕਹਿੰਦੇ ਜਿੱਥੈ ਪੁੱਤਰ ਕਲੱਤਰ ਨਾ ਬੇਲੀ ਕੋਈ, ਜਿੱਥੇ ਨਾ ਪੁੱਤਰ ਕਲੱਤਰ ਇਸਤਰੀ ਘਰ ਵਾਲੀ, ਮਿੱਤਰ ਸੱਜਣ ਇਤਿਆਦ, ਕੋਈ ਸਹਾਇਤਾ ਕਰਨ ਵਾਲਾ ਨਹੀਂ, ਤਿੱਥੈ ਹਰ ਆਪ ਛਡਾਏਂਦਾ। ਹਰੀ ਵਾਹਿਗੁਰੂ ਆਪ ਛਡਾਉਂਦਾ ਹੈ। ਤੇ ਇਸ ਤਰ੍ਹਾਂ ਗੁਰੂ ਸਵਾਰਿਓ ਸਤਿਗੁਰੂ ਮਹਾਰਾਜ ਜੀ ਨੇ ਸਾਡੇ ਤੇ ਕਹਿੰਦੇ, ਜਿਉਂ ਉਹ ਘਟ ਆਏ ਬਣਤ ਹੈ ਪ੍ਰਾਣੀ, ਤਿੱਥੈ ਹਰ ਧਿਆਈਐ ਸਾਰੰਗ ਪਾਣੀ। ਜਿੱਥੇ ਔਖਾ ਸਮਾਂ, ਕਹਿੰਦੇ ਔਖਾ ਸਮਾਂ ਹੋਵੇ, ਔਖਿਆਈ ਹੋਵੇ, ਔਖਾ ਪੈਂਡਾ ਹੋਵੇ, ਉੱਥੇ ਕਹਿੰਦੇ ਉਹ ਪਰਮੇਸ਼ਰ, ਜਿੱਥੇ ਜੀਵ ਨੂੰ ਪਾਰ ਲੰਘਣਾ ਬੜਾ ਔਖਾ ਹੋਵੇ, ਤਿੱਥੈ ਹਰ ਧਿਆਈਐ ਸਾਰੰਗ ਪਾਣੀ। ਸਾਰੰਗ ਪਾਣ ਪਾ ਪਰਮੇਸ਼ਰ ਵਾਹਿਗੁਰੂ, ਉਹਨੂੰ ਧਿਆਣਾ ਕਰੀਏ, ਕਹਿੰਦੇ ਫਿਰ ਉਹ ਵਾਹਿਗੁਰੂ ਆਪ ਸਹਾਇਤਾ ਕਰਦਾ ਹੈ। ਇਹ ਗੁਰੂ ਸਵਾਰੇ ਸਤਿਗੁਰੂ ਜੀ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। 11 ਬੰਦਾਂ ਦੀ ਵਿਚਾਰ ਹੋਈ ਹੈ, ਬਾਕੀ ਰਹਿੰਦੇ ਸ਼ਬਦ ਦੀ ਵਿਚਾਰ
ਆਪਾਂ ਕੱਲ੍ਹ ਵਾਲੇ ਦੀਵਾਨਾਂ 'ਚ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਗਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਵੱਡਾ ਸਾਹਿਬ ਅਗਮ ਅਥਾਹ, ਕਿਉ ਮਿਲਿਐ ਪ੍ਰਭ ਵੇ ਪਰਵਾਹ। ਕਾਟ ਸਿਲਕ ਜਿਸ ਮਾਰਗ ਪਾਏ, ਸੋ ਵਿੱਚ ਸੰਗਤ ਵਾਸਾ ਪਾਏਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।